कहते महाराज आ दुख आ गया, कहते भुगत ला। कहते फिर ऐ हुंदा, फिर अगले जन्म च भुगतेगा, हुणे मुका ला यह काम जिहा। हुण जिवें कोई बाहला पाठ करन लग जांदा, वो बाहला बीमार हुंदा, बहुते फोड़े फिणसियां हो गए, बुखार, आ मारी ओ मारी। ਜਿਹੜੇ नहीं करते पाठ वो चंगे भले तंदुरुस्त ने। ये क्यों? लोग कहते वो चंगा भला, असीं पाठ करन वाले ज़्यादा औखे हैं। और इस करके हुंदा जदों ये पाठ करन वाले नूं, हुण सतगुरु कहंदे इहनूं ऐसे जन्म च मुक्त कर दिंदे आ, लिया काढे दा हिसाब जिहा किन्ना क बाकी है। कित्थे तां आपां 100 जन्म तक वो भोगना, कि जे आपां नूं मुक्त करना वो हुणे ही भुगता देने फोड़े फिणसियां सारे, बुखार बखूर ਜਾਂ चढ़ा चढ़ू के। ਉਹ ਮਹਾਂਪੁਰਖਾਂ ਨੂੰ ਕਈਆਂ ਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ, ਉਹ ਕਹਿੰਦੇ ਇਹਦਾ ਹੁਣੇ ਭੁਗਤਾਓ, ਐਸੇ ਜਨਮ ਦੇ ਵਿੱਚ ਭੁਗਤਾ ਦਿਓ। ਜਿਹੜੇ ਬਹੁਤਾ ਪਾਠ ਕਰਨ ਵਾਲੇ, ਇਹਨਾਂ ਦੇ ਨੇੜੇ ਜਿਹੜੀਆਂ ਰੂਹਾਂ ਆਵਗਤ ਤੁਰੀਆਂ ਫਿਰਦੀਆਂ, ਇਹ ਹੱਥ ਜੋੜ ਜੋੜ ਖੜੀ ਜਾਂਦੀਆਂ, ਮੇਰੀ ਵੀ ਅਰਦਾਸ ਕਰ ਦਿਓ, ਮੇਰਾ ਵੀ ਭਲਾ ਕਰ ਦਿਓ। ਆਪਾਂ ਕਹਿੰਦੇ ਪਾਠ ਨਾਲ, ਪਾਠ ਕਰਨ ਵਾਲੇ ਤਾਂ ਨੇੜੇ ਨਹੀਂ ਆਉਂਦਾ ਕੁਛ, ਉਹ ਪਾਠ ਵਾਲੇ ਦੇ ਨੇੜੇ ਜ਼ਿਆਦਾ ਆਉਂਦਾ, ਤੁਹਾਡੇ ਨੇੜੇ ਨਹੀਂ ਆਉਂਦਾ ਸਮਕਾ। ਤੁਹਾਡੇ ਤੋਂ ਕੀ ਲੈਣਾ ਕਿਸੇ ਨੇ? ਉਹ ਜਿਵੇਂ ਕੋਈ ਕਹਿੰਦਾ ਸੀ पंडित कोल चलिया गया, कहना पंडित जी बड़े औखे आ। पंडित ने लाया हिसाब किताब, कहना शनि आ तेरे ते। कहना फिर? कहना झोटा दान कर। कहना महाराज घरे तो खाण नूं रोटी नहीं। कहना फिर काली गां दान कर। नहीं जी बकरा कर। कहीं वो मुर्गा काला दान कर दे। कहना नहीं जी हिम्मत नहीं। कहना फिर पाईया माहां दी दाल लैके दान कर दे। कहना महाराज मैं कुछ नहीं कर सकदा। कहना मैनूं समझ नहीं आती, फिर शनि ने तेरा बिगाड़ना कि जे तेरे पल्ले ही कख नहीं हैगा। कहना जा यार तू तो मैनूं भी नहीं देगा मेरी फीस। कहना हाँ मेरे को देण नूं कुछ नहीं गा, भी जद है ही नहीं पल्ले अपने, फिर अपने कोल आउणा किहने? जिहदी कमाई हुंदी है ना, बहुत बंदगी वाला हुंदा, ਉਹਦੇ ਦੁਆਲੇ ਹੁੰਦੇ ने जाके। आ तुसीं हुण हसदे हो, जिदन शरीर छड्डते ना, आ ਜਿਹੜੇ ਕਬਰਾਂ ਜੀਆਂ ਚ ਪਏ ਨੇ, ਆ ਦੂਜੀਆਂ ਤੀਜੀਆਂ ਜਿੱਥੇ ਵੀ ਪਏ ਨੇ, ਜਿੱਥੇ ਵੀ ਉਹ ਕਈ ਸਿੰਘ ਉੱਚੀਆਂ ਬਸਥਾਂ ਵਾਲੇ ਜੇ ਲੰਘਦੇ ਨੇ ਇਹਨਾਂ ਥਾਵਾਂ ਤੋਂ, ਉਹ ਭੱਜ ਕੇ ਆ ਕੇ ਉਹ ਬਾਰਡਰ ਤੋਂ ਬਾਹਰ ਤਾਂ ਆ ਨਹੀਂ ਸਕਦੇ, ਜਿੱਥੇ ਬਾਉਂਡਰੀ ਹੁੰਦੀ ਉੱਥੇ ਤੱਕ ਮੈਨੂੰ ਛਡਾਓ, ਮੈਨੂੰ ਛਡਾਓ, ਮੈਨੂੰ ਬਚਾ ਲਓ, ਮੈਨੂੰ ਬਚਾ ਲਓ। ਆਤਮਾਵਾਂ ਭਟਕਦੀਆਂ ਫਿਰਦੀਆਂ ਨੇ, ਬਹੁਤ ਆਤਮਾਵਾਂ। ਸਾਧ ਸੰਗਤ ਆਪਣੀਆਂ ਗਲਤੀਆਂ ਕਰਕੇ ਸਾਰਾ ਹੁੰਦਾ। ਅਸੀਂ ਕੋਸ਼ਿਸ਼ ਕਰਦੇ ਹਾਂ, ਜ਼ੋਰ ਲਾਉਂਦੇ, ਸੱਚ ਦੱਸਦੇ ਹਾਂ। ਤੁਹਾਨੂੰ ਸਾਡਾ ਕਿਹਾ ਹੋਇਆ ਸੱਚ ਵੀ ਨਹੀਂ ਚੰਗਾ ਲੱਗਦਾ, ਸਾਡੀ ਕਹੀ ਹੋਈ ਸੱਚੀ ਗੱਲ ਵੀ ਤੁਹਾਨੂੰ ਝੂਠੀ ਲੱਗਦੀ। ਜੇ ਕੋਈ ਝੂਠੀ ਆ ਕੇ ਸੁਣਾ ਦੇ, ਉਹ ਤੁਸੀਂ ਸੱਚ ਮੰਨ ਲੈਂਦੇ ਹੋ। ਇਸ ਕਰਕੇ ਦੁਨੀਆ ਤਾਂ ਝੂਠ ਦਾ ਪਲੰਦਾ ਹੀ ਚੱਕੀ ਫਿਰਦੀ ਆ। ਇਸ ਕਰਕੇ ਆ ਵੀ ਸਾਡੀ ਕਹੀ ਗੱਲ ਨੂੰ ਮੰਨੋਗੇ ਤਾਂ ਕਦੇ ਯਾਦ ਕਰੋਗੇ, ਸੁੱਖ ਪਾਓਗੇ ਵੀ ਸਾਨੂੰ ਕੋਈ ਬੰਦਾ ਆ ਕੇ ਦੱਸ ਗਿਆ ਸੀ ਸਹੀ ਗੱਲ। ਇਸ ਕਰਕੇ ਚੰਗੇ ਕੰਮ ਕਰੋ, ਪੁੰਨਾਂ ਦਾ ਕੰਮ ਕਰੋ, ਕਿਸੇ ਨੂੰ ਮਾੜਾ ਨਾ ਕਹੋ, ਦਿਲ ਨਾ ਦਿਖਾਓ, ਕਿਸੇ ਦਾ ਬੁਰਾ ਨਾ ਕਰੋ। ਸਾਰੇ ਮਹਾਰਾਜ ਜੀ ਕਿਰਪਾ ਕਰਨ। ਜਿਹੜਾ ਕਲਯੁਗ ਦਾ ਪ੍ਰਭਾਵ ਹੈ, ਇਹ ਸ਼ਬਦ ਦੇ ਨਾਲ ਕੱਟਿਆ ਜਾਂਦਾ। ਉਹ ਨਾਲ ਮੂਲ ਮੰਤਰ, ਉਹ ਨਾਲ ਹੁਣ ਮੰਨ ਲਓ ਸਵੇਰੇ ਤੁਸੀਂ ਉੱਠਣਾ ਹੈ, ਇਸ਼ਨਾਨ ਕਰਨਾ ਹੈ, ਮੂਲ ਮੰਤਰ ਗੁਰ ਮੰਤਰ ਨੂੰ ਸੁਣ ਕੇ ਥੋੜ੍ਹਾ ਜਿਹਾ ਕਰੋ, ਧਿਆਨ ਹੀ ਦੇਣਾ ਹੁੰਦਾ ਬਸ। ਜਦੋਂ ਆਪਾਂ ਨਵੀਂ ਨਵੀਂ ਕਾਰ ਸਿੱਖਦੇ ਹਾਂ ਨਾ, ਉਦੋਂ ਤਾਂ ਪਹਿਲੇ ਗੇਅਰ 'ਚ ਹੀ ਬੜਾ ਧਿਆਨ ਦੇਣਾ ਪੈਂਦਾ, ਬੜੀਆਂ ਧਿਆਨ ਦੇ ਨਾਲ ਚੱਲਦੇ ਆ। ਪਰ ਜਦੋਂ ਗੱਡੀ ਸਿੱਖ ਜਾਂਦੇ ਆ ਨਾ, ਕਈ ਸਾਲ ਲੰਘ ਜਾਂਦੇ ਨੇ, ਫਿਰ ਤੇ 120 ਤੇ ਵੀ ਲੈ ਜਾਓ, 40 ਹਾਈਵੇ ਤਾਂ ਅੱਜ ਕੱਲ੍ਹ ਇਹੋ ਜਿਹੇ ਬਣੇ ਆ, 160 ਤੇ ਵੀ ਗੱਡੀ ਚਲੀ ਜਾਂਦੀ ਆ। ਕੀ ਕਰਦੇ ਆ, ਇੱਕ ਹੱਥ ਹੋਰੇ ਰੱਖਿਆ ਹੁੰਦਾ, ਮਾੜਾ ਜਿਹਾ ਬਸ ਐਂ ਸਟੀਅਰਿੰਗ ਜਿਹਾ ਹਿਲਾਈ ਜਾਂਦਾ, ਬਸ ਚੱਲ ਪਿਆ ਕੰਮ। ਇਸੇ ਤਰ੍ਹਾਂ ਇਹ ਪਾਸਾ ਵੀ ਇਸੇ ਤਰ੍ਹਾਂ ਹੀ ਸ਼ੁਰੂ ਵਿੱਚ ਹੀ ਔਖਾ ਹੁੰਦਾ, ਬਾਅਦ ਵਿੱਚ ਤਾਂ ਆਪਣੇ ਆਪ ਹੀ ਕਿਰਪਾ ਹੁੰਦੀ ਤੁਰੀ ਜਾਂਦੀ ਹੈ। ਇਸ ਕਰਕੇ ਸਾਧ ਸੰਗਤ ਸਵੇਰੇ ਹੁਣ ਉੱਠਣਾ, ਇਸ਼ਨਾਨ ਕਰਨਾ। ਕੀ ਕਰਨਾ? ਕੱਲ੍ਹ ਨੂੰ ਮੇਰਾ ਖਿਆਲ ਐਤਵਾਰ, ਕਿਤੇ ਜਾਣਾ ਨਹੀਂ, ਦੁਕਾਨਾਂ ਬੰਦ ਆ, ਦਫ਼ਤਰ ਬੰਦ ਆ, ਸਭ ਕੁਝ ਬੰਦ। ਸਵੇਰੇ ਹੀ ਇਹ ਪ੍ਰੈਕਟੀਕਲ ਕਰਨਾ ਹੁਣ ਆਪਾਂ ਨੇ। ਕੀ? ਅਰਦਾਸ ਕਰਕੇ ਜਪਜੀ ਸਾਹਿਬ ਦਾ ਪਾਠ ਆਰੰਭ ਕਰਨਾ। ਜਦੋਂ ਮਨ ਦੇ ਅੰਦਰ ਪਹਿਲਾਂ ਧਾਰ ਲੈਣਾ, ਜੋ ਜਪਜੀ ਸਾਹਿਬ ਆ ਇਹ ਗੁਰੂ ਨਾਨਕ ਸਾਹਿਬ ਆਪ ਨੇ, ਜਿਹੜਾ ਗੁਰੂ ਅੰਗਦ ਦੇਵ ਜੀ ਨੇ ਪੁੱਛਿਆ ਸੀ ਕਿ ਮਹਾਰਾਜ ਜੀ ਜਦੋਂ ਆਪ ਜੀ ਚਲੇ ਗਏ, ਸਰੂਪ ਅਲੋਪ ਹੋ ਗਿਆ, ਫਿਰ ਤੁਹਾਡੇ ਦਰਸ਼ਨ, ਕਹਿੰਦੇ ਜਿਹੜਾ ਜਪਜੀ ਸਾਹਿਬ ਦਾ ਪਾਠ ਹੈ ਸਾਰਾ ਇਹ ਮੈਂ ਹੀ ਹਾਂ, ਮੇਰਾ ਹੀ ਸਰੂਪ ਹੈ। ਜਦੋਂ ਇੱਕ ਓਂਕਾਰ ਤੋਂ ਸ਼ੁਰੂ ਕਰੋਗੇ, ਮੂਲ ਮੰਤਰ ਪਹਿਲੀ ਪੌੜੀ ਸਾਡਾ ਚਿਹਰਾ ਬਣਦਾ ਜਾਏਗਾ,
ਹੌਲੀ 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 ਜਿੰਨੀ ਨਾਮ ਧਿਆਇਆ ਤੱਕ ਸਾਡਾ ਸਾਰਾ ਸਰੂਪ ਬਣ ਜਾਇਆ ਕਰੇਗਾ। ਇਸ ਕਰਕੇ ਜਦ ਸਵੇਰੇ ਤੂੰ ਜਪਜੀ ਸਾਹਿਬ ਦਾ ਪਾਠ ਕਰਨਾ ਹੈ, ਹੌਲੀ ਕਰਨਾ। ਹੌਲੀ ਵੀ ਕਿਵੇਂ ਕਰਨਾ? ਪਹਿਲਾਂ ਇੱਕ ਕਹਿ ਕੇ ਹੀ ਚੁੱਪ ਕਰ ਜਾਓ, ਬਸ ਇੱਕ ਬਾਰੇ ਸੋਚੋ। ਇੱਕ ਕੌਣ ਹੈ? ਇੱਕ ਅਦਵੈਤ ਸਰੂਪ ਪਰਮਾਤਮਾ ਜੋ ਕਿਸੇ ਨਾਲ ਦਵੈਸ਼ ਨਹੀਂ ਕਰਦਾ। ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਨੂੰ ਪ੍ਰਕਾਸ਼ ਤਾਂ ਉਹੀ ਦਿੰਦਾ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਓੰਕਾਰ। ਫਿਰ ਸਤਨਾਮ, ਇਹਦੇ ਬਾਰੇ ਵਿਚਾਰ ਕਰਨੀ। ਸ਼ੁਰੂ 'ਚ ਇਹ ਹੈ 2 ਮਹੀਨੇ 4 ਮਹੀਨੇ ਕਰਤਾ ਪੁਰਖ, ਫਿਰ ਇਹਦੀ ਵਿਚਾਰ ਕਰਨੀ। ਦਿਨੋਂ ਦਿਨ ਇਹਦੇ ਵਿੱਚ ਨੂੰ ਜਾਣਾ ਹੈ। ਜਿਵੇਂ ਭਾਈ ਮਰਦਾਨਾ ਜੀ ਨੂੰ ਕਹਿੰਦੇ, ਮਹਾਰਾਜ ਜੀ ਤੁਸੀਂ ਕਹਿੰਦੇ ਵਾਹਿਗੁਰੂ ਮੰਤਰ ਅੰਦਰ ਵਸ ਜਾਂਦਾ ਹੈ, ਇਹ ਕਿਵੇਂ ਵਸ ਜਾਂਦਾ, ਕਿਵੇਂ ਧਸ ਜਾਂਦਾ ਅੰਦਰ? ਸਤਿਗੁਰੂ ਜਿੱਥੇ ਬੈਠੇ ਸੀ ਉੱਥੇ ਸਾਹਮਣੇ ਮਾਈਆਂ ਇੱਕ ਖੂਹ ਦੇ ਉੱਤੋਂ ਪਾਣੀ ਭਰਦੀਆਂ, ਮੌਣ ਦੇ ਉੱਤੇ ਘੜਾ ਰੱਖਦੀਆਂ ਸੀ ਇੱਕ ਜਗ੍ਹਾ, ਡੋਲੂ ਕੱਢਦੀਆਂ, ਡੋਲ ਜਿਹਾ ਕੱਢ ਕੇ ਵਿੱਚ ਪਾਉਂਦੇ, ਚੱਕ ਕੇ ਫਿਰ ਦੂਜੀ ਮਾਈ ਰੱਖ ਦਿੰਦੀ। ਕਹਿੰਦੇ ਮਰਦਾਨਾ ਜਿੱਥੇ ਉਹ ਮਾਈਆਂ ਘੜਾ ਭਰਦੀਆਂ ਉੱਥੇ ਜਾ ਕੇ ਦੇਖ ਕੇ ਆ ਕੀ ਬਣਿਆ ਹੋਇਆ ਉੱਥੇ। ਕਹਿੰਦੇ ਮਹਾਰਾਜ ਉਹ ਐ ਇੱਕ ਨਾ ਡੂੰਘਾ ਜਿਹਾ ਨਿਸ਼ਾਨ ਬਣਿਆ ਹੋਇਆ। ਕਹਿੰਦੇ ਉਹਦੇ 'ਚ ਘੜਾ ਸੈੱਟ ਆ ਜਾਂਦਾ, ਕਿ ਠੀਕ ਤਰ੍ਹਾਂ ਟਿਕ ਜਾਂਦਾ। ਕਹਿੰਦੇ ਮਰਦਾਨਿਆਂ ਇਹ ਜਦੋਂ ਖੂਹ ਬਣਿਆ ਸੀ, ਇਹਦੀ ਮੌਣ ਬਣੀ ਸੀ, ਉਦੋਂ ਇਹ ਸੀ ਚੀਜ਼ ਇੱਥੇ ਹੈ ਨਾ ਸੀ। ਇੱਕ ਘੜਾ ਧਰ, 2 ਧਰ, 1000 ਧਰ, 2000 ਧਰ, ਕਹਿੰਦੇ ਲੱਖ ਘੜਾ ਤਾਂ ਟਿਕ ਚੁੱਕਿਆ ਹੁਣ ਤੱਕ ਇਹ। ਤੇ ਕਹਿੰਦੇ ਜਿਉਂ-ਜਿਉਂ ਘੜਾ ਧਰਦੇ ਆ ਘਾਸੀ ਪੈ ਪੈ ਕੇ ਉਹ ਖੂਹ ਦੇ ਉੱਤੇ ਉਹ ਥਾਂ ਬਣ ਗਈ ਆ। ਗੁਰਮੰਤਰ ਮੂਲ ਮੰਤਰ ਤੁਹਾਡੇ ਅੰਦਰ ਆਪਣੀ ਥਾਂ ਬਣਾ ਲੈਂਦਾ। ਇਹਨੂੰ ਟਿਕਾ ਕੇ ਕਹੋ ਵਾਹਿਗੁਰੂ। ਹਰ ਟਾਈਮ ਅੰਮ੍ਰਿਤ ਵੇਲਾ ਹੀ ਹੋਣਾ ਚਾਹੀਦਾ, ਦਿਨੇ ਨਹੀਂ ਹੋਣਾ ਕੰਮ। ਦਿਨੇ ਤਾਂ ਤੁਹਾਡਾ ਮਨ ਹੀ ਖਿੰਡਿਆ ਹੁੰਦਾ ਬਹੁਤ। ਤੁਸੀਂ ਖਿੰਡੇ ਹੋਏ ਟਾਈਮ ਵਿੱਚ ਖਿੰਡੇ ਹੋਏ ਮਨ ਨਾਲ ਪਾਠ ਕਰਦੇ ਹੋ। ਤੁਸੀਂ ਟਿਕੇ ਹੋਏ ਟਾਈਮ ਵਿੱਚ ਟਿਕੇ ਹੋਏ ਮਨ ਨਾਲ ਪਾਠ ਕਰਿਆ ਕਰੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਈ ਵਿਚਾਰ ਵਿਚਾਰ ਕੇ ਪੂਰਾ ਜਪਜੀ ਸਾਹਿਬ ਪੜ੍ਹ ਦਿਓ। ਸੋਚੈ ਸੋਚ ਨਾ ਹੋਵਈ ਜੇ ਸੋਚੀ, ਲੱਖ ਵਾਰ ਕਰਦੇ ਕਰਦੇ। ਹੁਣ ਸੁਭਾਵਿਕ ਹੀ ਹੈ, 4 ਪੌੜੀਆਂ ਪੜ੍ਹੀਆਂ, 5 ਪੜ੍ਹੀਆਂ, 5 ਪੌੜੀਆਂ ਤੋਂ ਬਾਅਦ ਮਨ ਨੇ ਜਾਣਾ ਹੀ ਜਾਣਾ। ਇਹ ਇੰਨਾ ਕੀ ਟਿਕਦਾ ਹੁੰਦਾ। ਉਹ ਯਾਰ ਇਹ ਤਾਂ ਹੋਰ ਹੀ ਕੁਛ ਕਰੀ ਜਾਂਦਾ। ਮੈਂ ਉਹ ਅੱਜ ਦੁਕਾਨ ਵੀ ਖੋਲ੍ਹਣੀ ਆ, ਉਹ ਇੱਕ ਬੰਦੇ ਨੇ ਅੱਜ ਸਮਾਨ ਮੋੜਨ ਆਉਣਾ, ਇੱਕ ਲੈ ਕੇ ਜਾਣਾ, ਇੱਕ ਬੰਦੇ ਨੇ ਉਹ ਪੈਸੇ ਦੇ ਕੇ ਜਾਣੇ, ਇੱਕ ਤਾਂ ਮੈਂ ਲੈਣੇ ਆ। ਜਾਂ ਖਿਆਲ ਆਊ ਵੀ ਉਹ ਕੱਲ੍ਹ ਗਾਲ ਹੀ ਕੱਢ ਗਿਆ ਸੀ, ਕੋਈ ਨਹੀਂ ਦੇਖੂਗਾ। ਫਿਰ ਜਾ ਕੇ ਘਰੇ ਘਸੁੰਨ ਮਾਰ ਕੇ ਵੀ ਆਉਂਦਾ ਇਹ। ਤੁਹਾਡਾ ਜਪਜੀ ਸਾਹਿਬ ਉਦੋਂ ਕਿੱਥੇ ਪਹੁੰਚਿਆ? ਭਰੀਏ ਹੱਥ ਪੈਰ ਤਨ ਦੇ, ਫਿਰ ਸੁਰਤ ਜਿਉਂਦੀ ਮੁੜ ਆਇਆ। ਹਾਂਜੀ ਸ਼੍ਰੀਮਾਨ ਜੀ ਤੁਸੀਂ ਕਹਿੰਦਾ ਮੈਂ 2 ਬੰਦੇ ਕੁੱਟ ਕੇ ਆਇਆ, 2 ਤੋਂ ਪੈਸੇ ਲੈ ਕੇ ਆਇਆ, 2 ਨੂੰ ਦੇ ਕੇ ਆਇਆ। ਆਹ ਜਪਜੀ ਸਾਹਿਬ ਕਿਹਨੇ ਸੁਣਨਾ? ਤੇਰੇ ਲਈ ਤਾਂ ਕਰ ਰਿਹਾ ਸੀ। ਚੱਲ ਦੁਬਾਰਾ ਲੱਗ ਫਿਰ। ਹੁਣ ਫਿਰ ਵੱਟ ਜਿਹਾ ਖਾਊਗਾ ਇਹ। ਲੈ 20 ਪੌੜੀਆਂ ਤੱਕ ਮਸਾਂ ਆਇਆ, ਹੁਣ ਮੈਂ ਨਹੀਂ ਕਰਦਾ ਦੁਬਾਰਾ। ਨਹੀਂ ਕਰਨਾ। 5ਵੀਂ ਪੌੜੀ ਤੋਂ ਹੀ ਫੇਰ ਸ਼ੁਰੂ ਕਰਾਓ ਇਹਨੂੰ। ਕਰੀ ਗਿਆ ਕਾਹਨੂੰ ਹਟਦਾ? ਜਨਮਾਂ ਜਨਮਾਂਤਰਾਂ ਤੋਂ ਫੁਰਨਿਆਂ ਦਾ ਆਦੀ ਹੈ ਇਹ। ਉਹ ਫੇਰ ਚਲਿਆ ਗਿਆ। 12 ਵੱਜ ਗਏ, ਸਬਜ਼ੀ ਖਾਣੀ ਕਿਹੜੀ ਬਣਾਈ ਘਰੇ ਅੱਜ? ਤਾਂ ਸਬਜ਼ੀ ਲੈਣ ਗਿਆ, ਬਣਾਈ, ਫਲਾਨਾ ਢਿਮਕਾ ਹੋ ਗਿਆ। ਐਵੇਂ ਹੀ ਖਿਆਲ ਕਰੀ ਜਾਊਗਾ। ਫੇਰ ਪਾਠ ਕਰਦਿਆਂ ਫੇਰ ਜਾ ਨਿਕਲਿਆ ਕਿਤੇ ਮੁੰਦਾ ਸੰਤੋਖ ਤੇ। ਦੁਬਾਰਾ ਸੋਚੋ ਕਿੱਥੋਂ ਹਟੇ ਸੀ? ਇੱਥੋਂ ਹਟੇ ਸੀ, ਇੱਥੋਂ ਹੀ ਫੇਰ ਲੱਗਣਾ। ਇਹ ਪ੍ਰੈਕਟਿਸ ਚਲਾਓ 2 ਮਹੀਨੇ 3 ਮਹੀਨੇ 6 ਮਹੀਨੇ ਚਲਾ ਦਿਓ। ਜਾਪ ਸਾਹਿਬ ਦੀ ਵੀ ਐਵੇਂ ਚਲਾ ਦਿਓ, ਸਵਈਆਂ ਦੀ ਵੀ ਚਲਾ ਦਿਓ, ਚੌਪਈ ਸਾਹਿਬ ਦੀ ਵੀ ਐਵੇਂ ਕਰੋ, ਆਨੰਦ ਸਾਹਿਬ ਦੀ ਵੀ ਐਵੇਂ ਕਰੋ, ਰਹਿ ਰਾਸ ਵਿੱਚ ਵੀ ਐਵੇਂ ਕਰੋ, ਸ੍ਰੀ ਸੁਖਮਨੀ ਸਾਹਿਬ ਵਿੱਚ ਹੌਲੀ ਹੌਲੀ, ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਵਿੱਚ ਵੀ ਹੌਲੀ ਹੌਲੀ ਜਿਹੜੇ ਰਾਗੀ ਕੀਰਤਨ ਕਰਦੇ ਆ, ਕੀਰਤਨ ਦੇ ਵਿੱਚ ਵੀ ਸ਼ਬਦ ਦਾ ਹੀ ਧਿਆਨ ਧਰ ਕੇ ਉਹਦਾ ਵਿਚਾਰ ਕਰੀ ਜਾਣਾ। ਤਾਂ ਤੁਸੀਂ ਮੈਨੂੰ ਕਹਿੰਦੇ ਮਨ ਨਹੀਂ ਟਿਕਿਆ 90 ਸਾਲਾਂ 'ਚ,
ਤੁਸੀਂ 6 ਮਹੀਨਿਆਂ ਬਾਅਦ ਮੈਨੂੰ ਕਹੋਗੇ ਹਿਲਦਾ ਹੀ ਨਹੀਂ ਹੈ ਇਹ, ਕੀ ਖਵਾਤਾ ਹੈ ਜਾ, ਉਹ ਇਹਨੂੰ ਉਹ ਖਵਾਤਾ ਕਿ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ। ਸ਼ਬਦ ਤਾਂ ਛਕਿਆ ਹੀ ਨਹੀਂ ਗੁਰਮੁਖੋ, ਤੁਸੀਂ ਸ਼ਬਦ ਨੂੰ ਕੱਲਾ ਪੜ੍ਹਿਆ ਹੀ ਆ, ਮੂੰਹ ਨਾਲ ਹੀ ਕੀਤਾ, ਰੋਟੀ 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 ਖਾਧੀ ਹੀ ਨਹੀਂ। ਰੋਟੀ ਕਦੇ ਖਾ ਕੇ ਤਾਂ ਦੇਖ ਲਓ, ਕਦੇ ਜਪਜੀ ਸਾਹਿਬ ਛਕੋ ਵੀ। ਇਸ ਕਰਕੇ ਤੁਸੀਂ ਇਹਨੂੰ ਹੌਲੀ ਹੌਲੀ ਅਭਿਆਸ, ਫਿਰ ਦੇਖੋ ਅੰਦਰੋਂ ਜਾਂ ਟਿਕਾ ਦੇ ਵਿੱਚੋਂ ਫਿਰ ਇੱਕ ਚੀਜ਼ ਫੁੱਟੂਗੀ ਅੰਦਰੋਂ, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਸ਼ਬਦ ਦੀ ਵਿਚਾਰ ਨਾਲ ਫਿਰ ਇਹ ਫੁਹਾਰਾ ਫੁੱਟਦਾ, ਫਿਰ ਉਹ ਚੀਜ਼ ਅੰਦਰੋਂ ਚੱਲ ਪੈਂਦੀ ਹੈ। ਫਿਰ ਉਹ ਇੰਨੇ ਜਪਜੀ ਸਾਹਿਬ ਸੁੱਤਿਆਂ ਵੀ ਜਾਗਦਿਆਂ ਹੋ ਜਾਣੇ ਆ। ਕਿਉਂ? ਪਹਿਲਾਂ ਤਾਂ ਮੈਂ ਮੂੰਹ ਨਾਲ ਕਰਦਾ ਸੀ, ਹੁਣ ਮਨ ਕਰਨ ਲੱਗ ਗਿਆ ਮੇਰਾ। ਜਿੱਦਣ ਮਨ ਕਰਨ ਲੱਗ ਪਿਆ ਉਦਣ ਪਤਾ ਨਹੀਂ ਕਿੰਨੇ ਜਪਜੀ ਸਾਹਿਬ ਹੋ ਜਾਣੇ। ਆ ਜਥੇਦਾਰ ਜੀ ਕੋਲੇ ਇੱਕ ਦੋਧੀ ਆਉਂਦਾ ਸੀ, ਮੈਂ ਗੱਲ ਕਈ ਵਾਰ ਕਥਾ 'ਚ ਵੀ ਸੁਣਾਈ। ਉਹ ਕਹਿੰਦੇ ਉਹ ਜਪਜੀ ਸਾਹਿਬ ਕਰ ਲਿਆ ਕਰ, ਸਾਰਾ ਦਿਨ ਮੋਟਰਸਾਈਕਲ ਤੇ ਦੁੱਧ ਲੈ ਕੇ ਕਦੇ ਐਂ ਨੂੰ ਕਦੇ ਐਂ ਨੂੰ, ਵਿਹਲਾ ਹੀ ਹੁੰਦਾ। ਉਹ ਕਹਿੰਦਾ ਜੀ 7 ਬਚਨ, ਉਹਨੇ 101 ਜਪਜੀ ਸਾਹਿਬ ਰੋਜ਼ ਕਰਨਾ। ਤੜਕੇ 2 ਵਜੇ ਉੱਠ ਕੇ ਭਾਂਡੇ ਮਾਂਜਣੇ, ਫਿਰ ਦੁੱਧ ਦੀਆਂ ਕੈਨੀਆਂ ਜਿਹੀਆਂ ਭਰ ਲੈਣੇ। ਮੈਨੂੰ ਮਿਲਿਆ ਵੀ ਸੀ ਉਹ, ਇਹ ਜਰਗ ਮਿਲਿਆ ਵੀ ਸੀ ਮੈਨੂੰ, ਉਹ ਜਥੇਦਾਰ ਜੀ ਦੇ ਹੁੰਦਿਆਂ ਮਿਲਿਆ ਸੀ। ਮੈਂ ਪੁੱਛਿਆ ਵੀ ਸੀ, ਮੈਂ ਕਿਹਾ ਉਹ ਕਿੰਨੇ ਸਾਲ ਹੋ ਗਏ? ਕਹਿੰਦਾ 4। ਕਹਿੰਦਾ ਜਥੇਦਾਰ ਜੀ ਕਹਿੰਦੇ ਵੀ ਹੁਣ ਬੰਦ ਕਰ ਦੇ। ਕਹਿੰਦਾ ਮੈਂ ਤਾਂ ਬੰਦ ਕਰਦਾ, ਇਹ ਨਹੀਂ ਹੁੰਦਾ। ਹੁਣ ਇਹ ਅੰਦਰੋਂ ਚੱਲ ਪਿਆ, ਮਨ ਹੁਣ ਕਰੀ ਜਾਂਦਾ। ਕਹਿੰਦਾ ਹੁਣ ਮੇਰਾ 24 ਘੰਟੇ 'ਚ 300 ਜਪਜੀ ਸਾਹਿਬ ਆਪੇ ਹੀ ਹੋ ਜਾਂਦਾ, ਮੈਂ ਨਹੀਂ ਕਰਦਾ। 10 ਕਰੋੜ ਰੁਪਈਆ ਜਮ੍ਹਾਂ ਕਰਾ ਦਿਓ, ਤੁਹਾਡਾ ਸੇਵਿੰਗ ਅਕਾਊਂਟ ਵਿੱਚ ਹੀ ਇੰਨਾ ਵਿਆਜ ਲੱਗ ਜਾਣਾ, ਤੁਹਾਨੂੰ ਲੋੜ ਹੀ ਨਹੀਂ ਪੈਣੀ, ਇੰਨਾ ਕੁਛ ਮਿਲ ਜਾਂਦਾ ਇਹਦੇ 'ਚ। ਪਰ ਤੁਸੀਂ ਕਰਦੇ ਨਹੀਂ ਹੈ, ਚੱਜ ਨਾਲ ਕਰਦੇ, ਉਮਰਾਂ ਲੰਘਾ ਲਈਆਂ ਤੁਸੀਂ ਬਸ ਐਵੇਂ ਰੋਟੀਆਂ ਰੋਟੀਆਂ ਖਾ ਕੇ ਪੈਸੇ 'ਚ ਜੋੜ ਕੇ ਚਲੇ ਨਾ, ਮਰਨ ਲੱਗੇ ਪੈਸੇ ਨਿਆਣਿਆਂ ਨੇ ਲੈ ਲੈਣੇ ਆ, ਤੁਸੀਂ ਉੱਤੇ ਖਾਲੀ ਹੱਥ ਚਲੇ ਜਾਏ, ਉੱਥੇ ਕੀ ਹਿਸਾਬ ਦੇਵੋਗੇ ਜਾ ਕੇ? ਉਹ ਤੈਨੂੰ ਕਿਹੜੇ ਕੰਮ ਭੇਜਿਆ ਸੀ, ਤੂੰ ਕਿਹੜਾ ਕੰਮ ਕਰੀ ਜਾਂਦਾ? ਇਸ ਕਰਕੇ ਜੇ ਮਹਾਂਪੁਰਖ ਸਾਰੇ ਹੀ ਬਣ ਜਾਓ ਤਾਂ ਦੇਖੋ, ਜੇ ਉਹ ਮਹਾਂਪੁਰਖ ਸੀ ਤਾਂ ਅੱਜ ਉਹਨਾਂ ਦੇ ਜੋੜ ਮੇਲੇ ਵੀ ਆ, ਅੱਜ ਉਹਨਾਂ ਦੇ ਨਾਂ 'ਤੇ ਇਕੱਠ ਵੀ ਆ। ਜਦ ਤੁਸੀਂ ਦੁਨੀਆ 'ਚ ਜਾਓਗੇ ਤੁਹਾਡਾ ਤਾਂ ਬਸ ਇੱਕ ਖੰਡ ਪਾਠ ਹੋਣਾ। ਕਹਿੰਦੇ ਇਹਦਾ ਹੁਣ ਵਰੀਣਾ ਆ ਗਿਆ, ਵਰੀਣੇ 'ਤੇ ਅੱਧੇ ਰਿਸ਼ਤੇਦਾਰਾਂ ਤੀਜੀ ਵਾਰ ਕਰਾਇਓ ਤਾਂ ਕਹਿੰਦੇ ਗੁਆਂਢੀਆਂ ਗੁੰਡੀਆਂ ਨੂੰ ਬੁਲਾ ਲਓ, ਸਾਡੇ ਕੋਲ ਟਾਈਮ ਨਹੀਂ ਹੈ, ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ। ਪਰ ਰਾੜੇ ਵਾਲੇ ਸੰਤਾਂ ਦੇ ਪਹਿਲਾਂ ਆਲੋਵਾਲ, ਫਿਰ ਉਰੇ, ਫਿਰ ਇੱਕ ਹੋਰ ਸੰਤ ਕਰਾ ਰਹੇ, ਫਿਰ ਹੋਰ ਮਹਾਂਪੁਰਖ, ਉਹ ਵਧੀ ਜਾਣੇ, ਕਿਉਂਕਿ ਇੱਕ ਮਹਾਂਪੁਰਖ ਦਾ ਇਹ ਜਨਮ ਦਿਨ ਹੈ, ਇੱਕ ਮਹਾਂਪੁਰਖ ਦੀਆਂ ਬਰਸੀਆਂ 'ਤੇ ਇਕੱਠ ਹੁੰਦੇ ਨੇ। ਉਹ ਤਾਂ ਜਿਉਂਦੇ ਵੀ ਨਾਮ ਜਪਾਉਂਦੇ ਨੇ, ਉਹ ਤਾਂ ਮਰਨ ਤੋਂ ਬਾਅਦ ਵੀ ਨਾਮ ਜਪਾਉਂਦੇ ਨੇ।